ਹਸਤ ਖੇਲਤ ਤੇਰੇ ਦਿਉਰੇ ਆਇਆ ਅਗਲਾ ਵਿਅੰਗ। ਸਾਡੇ ਮਾਮਾ ਜੀ ਸਰਦਾਰ ਮਾਨ ਸਿੰਘ 1937 ਵਿੱਚ 8ਵੀਂ ਪਾਸ ਪੜ੍ਹਾਈ ਕਰ ਗਏ ਸਨ। ਉਹਨਾਂ ਜ਼ਮਾਨਿਆਂ ਵਿੱਚ ਇੰਨੀ ਪੜ੍ਹਾਈ ਬਹੁਤ ਵੱਡੀ ਗੱਲ ਸੀ। ਸਕੂਲ ਕਿਤੇ ਪਿੰਡਾਂ 'ਚ ਆਮ ਤੌਰ 'ਤੇ ਨਹੀਂ ਹੁੰਦਾ ਸੀ। ਇਹ ਇੰਨੀ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਤੋਂ 6-7 ਕਿਲੋਮੀਟਰ ਦੂਰ ਗੂਲੇ ਸਕੂਲ ਸੀ। ਗੂਲਾ ਇੱਕ ਤਹਿਸੀਲ ਸੀ ਉਹਨਾਂ ਜ਼ਮਾਨਿਆਂ 'ਚ, ਅੱਜ ਕੱਲ੍ਹ ਹਰਿਆਣੇ 'ਚ ਆ ਗਿਆ, ਅਤੇ ਉੱਥੇ ਪੜ੍ਹਨ ਵਾਸਤੇ ਛੋਟਾ ਬੱਚਾ ਜਾਂਦਾ ਸੀ ਅਤੇ 8 ਜਮਾਤਾਂ ਪੜ੍ਹਨ ਤੱਕ ਇਹ ਉੱਥੇ ਜਾਂਦਾ ਰਿਹਾ। ਪਹਿਲਾਂ 5ਵੀਂ ਤੱਕ ਆਪਣੇ ਪਿੰਡ ਅਤੇ 3 ਜਮਾਤਾਂ ਗੂਲੇ ਪੜ੍ਹਿਆ ਉਹਨਾਂ ਜ਼ਮਾਨਿਆਂ 'ਚ 1937 ਵਿੱਚ। ਦੂਜੀ ਸੰਸਾਰ ਜੰਗ ਉਦੋਂ ਲੱਗ ਚੁੱਕੀ ਸੀ। ਪਿੰਡਾਂ ਦੇ ਜੈਲਦਾਰਾਂ ਨੰਬਰਦਾਰਾਂ ਰਾਹੀਂ ਨੌਜਵਾਨਾਂ ਨੂੰ ਅੰਗਰੇਜ਼ ਸਰਕਾਰ ਨੇ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਨਾ ਕੀਤੀ ਸੀ। ਉਹਨਾਂ ਸਮਿਆਂ ਵਿੱਚ ਕਿੱਥੇ ਸਨ ਪੜ੍ਹੇ ਹੋਏ ਮੁੰਡੇ। 6.25 ਫੁੱਟ ਕੱਦ, ਲੰਮਾ ਦਰਸ਼ਨੀ ਚਿਹਰਾ, ਉਚੇਰੀ ਪੜ੍ਹਾਈ ਕੀਤੀ ਹੋਈ, ਭਾਵ ਕਿ 8ਵੀਂ ਪੜ੍ਹੇ ਹੋਏ ਨੂੰ ਉਦੋਂ ਉਚੇਰੀ ਪੜ੍ਹਾਈ ਮੰਨਿਆ ਜਾਂਦਾ ਸੀ। ਸਰਦਾਰ ਮਾਨ ਸਿੰਘ ਨੂੰ ਏਅਰ ਫੋਰਸ ਵਿੱਚ ਪਾਇਲਟ ਦੀ ਪਦਵੀ ਵਾਸਤੇ ਚੁਣ ਲਿਆ ਗਿਆ, ਭਾਵ ਕਿ ਜਹਾਜ਼ਾਂ ਦਾ ਪਾਇਲਟ ਉਹਨਾਂ ਜ਼ਮਾਨਿਆਂ 'ਚ ਉਹਦੀ ਚੋਣ ਕਰ ਲਈ ਗਈ। ਬਹੁਤ ਸਿਆਣਾ, ਬਹੁਤ ਚੁਸਤ, ਬਹੁਤ ਕੱਦਾਵਰ ਅਤੇ ਪੜ੍ਹਿਆ ਲਿਖਿਆ ਤਾਂ ਹੈਗਾ ਹੀ ਹੈਗਾ ਸੀ। ਥੋੜ੍ਹੇ ਦਿਨਾਂ ਵਿੱਚ ਜ਼ਰੂਰੀ ਪੇਪਰ ਘਰ ਆ ਗਏ। ਟ੍ਰੇਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਮਾਮਾ ਜੀ ਅੰਬਾਲੇ ਪਹੁੰਚ ਗਏ, ਜਿੱਥੇ ਹੋਰ ਨੌਜਵਾਨਾਂ ਨੇ ਵੀ ਆਉਣਾ ਸੀ। ਮੇਰੀ ਅਨਪੜ੍ਹ ਨਾਨੀ ਜੀ ਨੂੰ ਇੱਕੋ ਡਰ ਅੰਦਰੋਂ ਖਾ ਰਿਹਾ ਸੀ ਕਿ ਸੈਕੰਡ ਵਰਲਡ ਵਾਰ ਜਾਣੀ ਕਿ ਸੰਸਾਰ ਜੰਗ ਲੜਾਈ ਲੱਗੀ ਹੋਈ ਹੈ, ਅਤੇ ਲੋਕਾਂ ਨੇ ਆਮ ਘਰਾਂ ਦੇ ਵਿੱਚ ਜਾ ਕੇ ਘਬਰਾਹਟ ਪੈਦਾ ਕੀਤੀ ਹੋਈ ਸੀ ਕਿ ਜਿਹੜਾ ਹੁਣ ਇਸ ਵੱਡੀ ਜੰਗ ਚਲਾ ਗਿਆ, ਮੁੜ ਕੇ ਆਉਣ ਦੇ ਫਿਰ ਚਾਂਸ ਨਹੀਂ ਹੈਗੇ। ਹੁਣ ਤਾਂ ਸਮਝ ਲਓ ਲਾਸ਼ ਹੀ ਘਰੇ ਆਊਗੀ, ਜੇ ਲੱਭ ਗਈ ਉਹ ਵੀ ਤਾਂ। ਨਾਨੀ ਜੀ ਨੂੰ ਲੱਗਣ ਲੱਗ ਪਿਆ ਮੇਰਾ ਪੁੱਤਰ ਉੱਥੇ ਮਰ ਜਾਵੇਗਾ। ਨਾਨੀ ਜੀ ਨੇ ਆਪਣੇ ਪਿਤਾ ਨੂੰ ਜਾਣੀ ਕਿ ਨਾਨੀ ਦੇ ਪਿਤਾ ਜੀ ਨੂੰ ਨਾਲ ਲੈ ਕੇ ਬਹੁਤ ਥਾਈਂ ਚੱਕਰ ਕੱਟੇ। ਹਾਲਾਂਕਿ ਉਹ ਅਨਪੜ੍ਹ ਸੀ, ਕਿਸੇ ਗੱਲ ਦਾ ਬਹੁਤਾ ਪਤਾ ਨਹੀਂ ਸੀ, ਪਰ ਫਿਰ ਵੀ ਉਹਨੇ ਚੱਕਰ ਕੱਟਦਿਆਂ ਅਫਸਰਾਂ ਕੋਲੇ ਜਾ ਕੇ ਆਪਣੇ ਵਿਧਵਾ ਹੋਣ ਦਾ ਵਾਸਤਾ ਪਾਇਆ। ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ। ਅਫਸਰਾਂ ਦੇ ਨਾਨੀ ਜੀ ਨੇ ਪੈਰੀਂ ਹੱਥ ਲਾਏ। ਅਖੀਰ ਨੂੰ ਮਾਮਾ ਜੀ ਦਾ ਏਅਰ ਫੋਰਸ ਦੇ ਵਿੱਚੋਂ ਨਾਨੀ ਜੀ ਨੇ ਨਾਮ ਕਟਵਾ ਲਿਆ। ਉਹਨਾਂ ਸਮਿਆਂ ਵਿੱਚ 1940 ਦੇ ਨੇੜੇ ਵਿੱਚ ਬਣਿਆ ਅਫਸਰ ਕਿੰਨੇ ਵੱਡੇ ਅਹੁਦੇ 'ਤੇ ਪਹੁੰਚਦਾ, ਅੱਗੇ ਸਾਰੇ ਪਰਿਵਾਰ ਅਤੇ ਖਾਨਦਾਨ ਨੂੰ ਕਿੰਨੀਆਂ ਉੱਚੀਆਂ ਟੀਸੀਆਂ ਅਤੇ ਬੁਲੰਦੀਆਂ 'ਤੇ ਪਹੁੰਚਾ ਦਿੰਦਾ, ਸਾਡੀ ਨਾਨੀ ਜੀ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ, ਜਿਸ ਦਾ ਇਸ ਖਾਨਦਾਨ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ, ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ, ਕਿਉਂਕਿ ਸਾਡੀ ਮਾਂ ਨੂੰ ਵੀ ਉਸ ਘਰ ਦੇ ਵਿੱਚੋਂ ਬਹੁਤ ਚੰਗੀ ਸਿੱਖਿਆ, ਚੰਗੀ ਵਿੱਦਿਆ ਮਿਲਣੀ ਸੀ, ਅਤੇ ਸਾਡੀ ਮਾਂ ਤੋਂ ਸਾਨੂੰ ਵੀ ਚੰਗੀ ਸਿੱਖਿਆ ਮਿਲਣੀ ਸੀ। ਅਤੇ ਉਹ ਜਿਹੜੀ ਇੱਕ ਵੱਡਾ ਅਫਸਰ ਦਾ ਅਹੁਦਾ ਨਾਨੀ ਜੀ ਨੇ ਸਾਡੇ ਮਾਮਾ ਜੀ ਨੂੰ ਨਾ ਲੈਣ ਦਿੱਤਾ, ਉਹਦੇ ਕਾਰਨ ਉਸ ਪਰਿਵਾਰ ਦਾ ਅਤੇ ਰਿਸ਼ਤੇਦਾਰਾਂ ਦਾ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਗਿਆ। ਮੇਰੇ ਮਾਮਾ ਜੀ ਅਤੇ ਮਾਂ ਹਾਲੀ ਛੋਟੇ ਸਨ, ਪਰ ਜਦੋਂ ਸਾਡੇ ਨਾਨਾ ਜੀ ਕਾਲਵਸ ਹੋਏ ਉਸ ਸਮੇਂ ਮਾਮਾ ਜੀ ਦੀ ਉਮਰ 2-3 ਸਾਲ ਸੀ। ਇੰਨੇ ਛੋਟੇ ਬੱਚੇ ਦੀ ਯਾਦ ਸ਼ਕਤੀ ਹਾਲੇ ਕਮਜ਼ੋਰ ਹੁੰਦੀ ਹੈ। ਵੱਡਾ ਹੁੰਦਿਆਂ ਉਸ ਨੂੰ ਆਪਣੇ ਪਿਤਾ ਦੇ ਨੈਣ ਨਕਸ਼ ਬਾਰੇ ਕੁਝ ਪਤਾ ਨਹੀਂ ਸੀ। ਸਾਡੀ ਨਾਨੀ ਜੀ ਮਰ ਚੁੱਕੇ ਨਾਨਾ ਜੀ ਦੀ ਯਾਦ ਵਿੱਚ ਹਰ ਸਾਲ ਸਰਾਧ ਕਰਾਉਂਦੀ ਸੀ। ਇਸੇ ਤਰ੍ਹਾਂ ਸਮਾਂ ਆਪਣੀ ਚਾਲੇ ਚੱਲਦਾ ਗਿਆ। ਮਾਮਾ ਜੀ ਜਵਾਨ ਹੋ ਗਏ, ਪੜ੍ਹਾਈ ਵੀ ਚੰਗੀ ਕਰ ਲਈ। ਸਰਾਧਾਂ ਦੇ ਦਿਨ ਆ ਗਏ। ਕੋਠੇ ਉੱਪਰ ਜਾਣ ਲਈ ਲੱਕੜ ਦੀ ਪੌੜੀ ਹੋਇਆ ਕਰਦੀ ਸੀ। ਉਹਨਾਂ ਸਮਿਆਂ 'ਚ ਨਾਨੀ ਜੀ ਨੇ ਸਰਾਧ ਪਾਉਣ ਵਾਸਤੇ ਖਾਣਾ ਬਣਾਇਆ। ਤਿਆਰ ਕਰਕੇ ਮਾਨ ਸਿੰਘ ਨੂੰ ਕਿਹਾ ਕਿ ਕੋਠੇ 'ਤੇ ਜਾ ਕੇ ਕਾਂ ਵਾਸ ਆਖੀ, ਅਤੇ ਕਾਂ ਇਕੱਠੇ ਹੋਣਗੇ। ਖਾਣਾ ਬਣਾਇਆ, ਤਿਆਰ ਕਰਕੇ ਮਾਨ ਸਿੰਘ ਕੋਠੇ 'ਤੇ ਪਹੁੰਚ ਗਿਆ। ਕਾਂ ਬਹੁਤ ਸਾਰੇ ਇਕੱਠੇ ਹੋ ਗਏ। ਮਾਨ ਸਿੰਘ ਨੇ ਆਪਣੀ ਮਾਂ ਨੂੰ ਆਵਾਜ਼ ਮਾਰ ਕੇ ਬੁਲਾਉਣਾ ਚਾਹਿਆ। ਮੇਰੀ ਨਾਨੀ ਜੀ ਨੇ ਵਿਹੜੇ ਵਿੱਚ ਖਲੋ ਕੇ ਕਿਹਾ ਕਿ ਦੱਸ ਤਾਂ ਕੀ ਗੱਲ ਹੈ। ਮਾਨ ਸਿੰਘ ਕਹਿਣ ਲੱਗਿਆ, ਮਾਂ ਛੇਤੀ ਕੋਠੇ 'ਤੇ ਆ ਜਾ। ਉਸਨੇ ਬਥੇਰਾ ਕਿਹਾ ਕਿ ਮੈਂ ਹੁਣ ਕਮਜ਼ੋਰ ਹੋ ਚੁੱਕੀ ਬੁੱਢੀ ਹਾਂ, ਲੱਕੜ ਦੀ ਪੌੜੀ ਚੜ੍ਹਨੀ ਮੇਰੇ ਵਾਸਤੇ ਔਖੀ ਹੈ। ਮਾਨ ਸਿੰਘ ਜਿੱਦ 'ਤੇ ਅੜਿਆ ਰਿਹਾ ਅਤੇ ਹੌਲੀ ਹੌਲੀ ਮਾਤਾ ਉੱਪਰ ਪਹੁੰਚ ਗਈ। ਮਾਨ ਸਿੰਘ ਨੇ ਕਿਹਾ, ਮਾਂ ਜੀ ਜਦੋਂ ਮੇਰੇ ਬਾਪੂ ਜੀ ਚਲਾਣਾ ਕਰ ਗਏ ਸਨ, ਮੈਂ ਬਹੁਤ ਛੋਟਾ ਬੱਚਾ ਸਾਂ। ਉਹਨਾਂ ਦੀ ਸ਼ਕਲ ਸੂਰਤ ਮੈਨੂੰ ਪਤਾ ਨਹੀਂ,
ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਆ ਮੇਰੇ ਆਲੇ ਦੁਆਲੇ 200-150 ਕਾਂ ਬੈਠੇ ਨੇ। ਇਹਨਾਂ ਵਿੱਚੋਂ ਤੁਸੀਂ ਪਛਾਣ ਕੇ ਦੱਸੋ ਕਿ ਮੇਰਾ ਬਾਪੂ ਜੀ ਕਿਹੜਾ ਹੈ। ਬਾਕੀ ਆਪੋ ਆਪਣੇ ਘਰਾਂ ਨੂੰ ਚਲੇ ਜਾਣ। ਸਾਰਿਆਂ ਨੂੰ ਮੈਂ ਮੁਫਤ ਦੀਆਂ ਕਿਉਂ ਖਵਾਵਾਂ? ਜਾਂ ਤੁਸੀਂ ਕਹਿ ਦਿਓ ਇਹ ਸਾਰੇ ਹੀ ਮੇਰੇ ਬਾਪੂ ਨੇ। ਨਾਨੀ ਜੀ ਦਾ ਸਿਰ ਚਕਰਾ ਗਿਆ, ਜ਼ਮੀਨ 'ਤੇ ਬੈਠ ਗਈ। ਮਾਮਾ ਜੀ ਨੇ ਫਿਰ ਪੁੱਛਿਆ, ਦੱਸ ਮਾਂ, ਛੇਤੀ ਦੱਸ। ਉਸ ਦੀਆਂ ਅੱਖਾਂ ਛਲਕ ਪਈਆਂ। ਨਾਨੀ ਜੀ ਕਹਿਣ ਲੱਗੀ, ਪੁੱਤ ਮੈਂ ਤਾਂ ਜਿਵੇਂ ਲੋਕਾਂ ਨੂੰ ਕਰਦੇ ਵੇਖਿਆ, ਲੋਕਾਂ ਤੋਂ ਜਿਵੇਂ ਸੁਣਿਆ, ਉਹੀ ਕੰਮ ਮੈਂ ਕਰਦੀ ਆਈ। ਜੋ ਤੂੰ ਪੁੱਛਿਆ ਹੈ ਮੈਂ ਇਸ ਦਾ ਜਵਾਬ ਨਹੀਂ ਦੇ ਸਕਦੀ। ਅੱਗੇ ਵਾਸਤੇ ਤੂੰ ਸਰਾਧ ਪਾਈ ਜਾਂ ਨਾ ਪਾਈ, ਇਹ ਤੇਰੀ ਮਰਜ਼ੀ। ਮੇਰੀ ਤਾਂ ਹੁਣ ਬਹੁਤੀ ਲੰਘ ਗਈ ਹੈ, ਥੋੜ੍ਹੀ ਰਹਿ ਗਈ ਹੈ। ਅੱਗੋਂ ਜ਼ਿੰਦਗੀ ਤੁਹਾਡੇ ਹੱਥ ਹੈ। ਜਿਵੇਂ ਰਸਮਾਂ ਨਿਭਾਉਣੀਆਂ ਨੇ ਤੁਸੀਂ ਨਿਭਾਇਓ। ਮੈਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਸੀ। ਜੇ ਮੈਂ ਅਨਪੜ੍ਹ ਨਾ ਹੁੰਦੀ ਤਾਂ ਫਿਰ ਮੈਂ ਸ਼ਾਇਦ ਇਹਨਾਂ ਕੰਮਾਂ ਨੂੰ ਛੱਡ ਦਿੰਦੀ। ਪਰ ਸਾਡਾ ਆਲਾ ਦੁਆਲਾ ਪੁੱਤ ਇਹੋ ਜਿਹਾ ਹੀ ਹੈ। ਮੈਨੂੰ ਵੀ ਲੋਕਾਂ ਦੀ ਵੇਖਾ ਵੇਖੀ ਤੇਰੇ ਬਾਪੂ ਜੀ ਦੇ ਨਾਮ ਦਾ ਸਰਾਧ ਇੰਨੇ ਸਾਲ ਤੱਕ ਪਾਉਣਾ ਪਿਆ। ਅਤੇ ਮਾਮਾ ਜੀ ਵੀ ਉਦਾਸ ਹੋ ਗਏ, ਪਰ ਮੁੜ ਕੇ ਕਦੀ ਸਰਾਧ ਵਗੈਰਾ ਨਹੀਂ ਪਾਇਆ। ਅਤੇ ਹੋਰ ਵੀ ਪਖੰਡ ਪੜ੍ਹਿਆ ਲਿਖਿਆ ਹੋਣ ਕਰਕੇ ਮਾਮਾ ਜੀ ਨੇ ਆਪਣੇ ਘਰ ਦੇ ਵਿੱਚੋਂ ਸਾਰੇ ਕੱਢ ਦਿੱਤੇ। ਅਤੇ ਬਹੁਤ ਸਾਰੀਆਂ ਜੋ ਅਗਿਆਨਤਾ ਵਸ ਬੁਰਾਈਆਂ, ਵਹਿਮ ਭਰਮ, ਪਖੰਡ ਘਰਾਂ 'ਚ ਦਾਖਲ ਹੋ ਜਾਂਦੇ ਨੇ, ਉਹਨਾਂ ਨੂੰ ਉੜਦਿਆਂ ਨੂੰ ਬਹੁਤਾ ਸਮਾਂ ਨਾ ਲੱਗਾ। ਆਖੋ ਸਤਿਨਾਮ।